ਨਿਯਾਤ ਨੂੰ ਪਛਾਣਦੇ ਹੋਏ ਭਾਵੇਂ ਇਸ ਜੋੜ ਮੇਲੇ 'ਤੇ ਮੀਲਾਂ ਤੱਕ ਇਕੱਠ ਹੁੰਦਾ, ਇੱਧਰ ਨੂੰ ਜਾਓ ਭਾਵੇਂ ਇੱਧਰ ਨੂੰ ਜਾਓ, ਮੀਲਾਂ ਤੱਕ ਕਿਤੇ ਜਗ੍ਹਾ ਨਹੀਂ ਹੁੰਦੀ। ਪਰ ਸਾਧ ਸੰਗਤ ਜੀ, ਭਾਵੇਂ ਮਹਾਂਪੁਰਸ਼ਾਂ ਵੱਲੋਂ ਸਥਾਨ ਵੱਲੋਂ ਬੇਨਤੀ ਵੀ ਕੀਤੀ ਗਈ ਸੰਗਤ ਨੂੰ ਵੀ ਵਕਤ ਵਿਚਾਰੇ ਸੋ ਬੰਦਾ ਹੋਏ, ਪਰ ਫਿਰ ਵੀ ਜਿਨ੍ਹਾਂ ਦਾ ਪਿਆਰ, ਜਿਨ੍ਹਾਂ ਨੂੰ ਜੀਵਨ ਜਾਚ ਮਿਲੀ, ਉਹਨਾਂ ਨੇ ਆਪਣੇ ਪ੍ਰੀਤਮ ਦੀ ਯਾਦ ਵਿੱਚ ਇੱਕ ਰਾਤ ਇਹ ਸਮਝੋ ਕਿ ਆਪਣੀਆਂ ਪਿਛਲੀਆਂ ਰਾਤਾਂ ਜਿਹੜੀਆਂ ਸੌਂ ਕੇ ਗੁਜ਼ਰੀਆਂ ਉਹ ਸਫਲੀਆਂ ਹੋ ਗਈਆਂ। ਜਿਨ੍ਹਾਂ ਨੇ ਭਾਵੇਂ ਮਹਾਂਪੁਰਸ਼ਾਂ ਨੇ ਪਹਿਲਾਂ ਫੈਸਲਾ ਇਹ ਕੀਤਾ ਸੀ ਕਿ ਥੋੜ੍ਹਾ ਸਮਾਂ ਦੀਵਾਨ ਸਜਾ ਕੇ ਫਿਰ ਸਮਾਪਤੀ ਕੀਤੀ ਜਾਏਗੀ। ਸੋ ਸਿੰਘ ਸਾਰੇ ਭਾਈ ਰਣਧੀਰ ਸਿੰਘ ਹੋਰੀ ਹੋਰ ਸਿੰਘ ਬੈਠੇ ਸੀ, ਮਹਾਂਪੁਰਸ਼ ਵਿਚਾਰ ਕਰ ਰਹੇ ਸੀ ਤੇ ਇਹੀ ਬੇਨਤੀ ਕੀਤੀ ਕਿ ਸੰਗਤ ਨੇ ਤਾਂ 2 ਵਜੇ ਤੱਕ ਬੈਠਣਾ ਹੈ, ਭਾਵੇਂ ਆਪਾਂ 10 ਵਜੇ ਭੋਗ ਪਾ ਦਿਓ। ਸੰਗਤ ਦੇ ਪ੍ਰੇਮ ਨੂੰ ਰੱਖਦਿਆਂ ਇਹ ਸਾਰਾ ਰਹਿਣ ਸਬਾਈ ਕੀਰਤਨ ਜੋ ਵੱਡਿਆਂ ਤੋਂ ਲੱਗ ਕੇ ਇਹ ਮਰਿਆਦਾ ਹੈ। ਸੋ ਸੰਗਤਾਂ ਆਨੰਦ ਮਾਣ ਰਹੀਆਂ ਹਨ। ਅਨੇਕਾਂ ਹੀ ਸਤਿਕਾਰਯੋਗ ਗੁਰੂ ਕੇ ਪਿਆਰੇ ਦਿਲਾਰੇ ਸਤਿਕਾਰਯੋਗ ਮਹਾਂਪੁਰਸ਼ਾਂ ਨੇ, ਕੀਰਤਨੀਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਹ ਤਾਂ ਸਾਧ ਸੰਗਤ ਇੱਕ ਯੂਨੀਵਰਸਿਟੀ ਹੈ ਸੰਤਾਂ ਦੀ, ਰਾੜਾ ਸਾਹਿਬ। ਇੱਥੇ ਤਾਂ ਜਿਹੜੇ ਡੰਗਰਾਂ ਦੀ ਸੇਵਾ ਕਰਦੇ ਰਹੇ ਨੇ ਉਹ ਵੀ ਸੰਤ ਮਹਾਂਪੁਰਸ਼ ਹੋਏ ਨੇ। ਇੱਥੇ ਜਿਹੜੇ ਲੰਗਰ ਦੀ ਸੇਵਾ ਕਰਦੇ ਰਹੇ ਨੇ ਸਤਿਕਾਰਯੋਗ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ, ਸੰਤ ਬਾਬਾ ਸੁਖਦੇਵ ਸਿੰਘ ਜੀ ਲਾਹੌਰਾਂ ਵਾਲੇ ਵੀ ਲੰਗਰ 'ਚ ਸੇਵਾ ਕਰਦੇ ਰਹੇ ਨੇ ਦਬਲਾਨ। ਇੱਥੇ ਕੋਈ ਪਹਿਰੇ ਦੀ ਸੇਵਾ ਕਰਨ ਵਾਲਾ ਜਿਹਨੇ ਸੇਵਾ ਭਾਵਨਾ ਨਾਲ ਕੀਤੀ ਹੈ। ਸੋ ਇੱਕ ਨਹੀਂ ਇੱਕ ਹੱਥ ਆਇਆ ਵਰਸਾਣੇ ਬਹੁਤ ਤੇਰੇ। ਇੱਕ ਤੇ ਬਖਸ਼ਿਸ਼ ਹੁੰਦੀ ਹੈ ਅਕਾਲ ਪੁਰਖ ਵੱਲੋਂ, ਤਾਂ ਅਨੇਕਾਂ ਉੱਤੇ ਅੱਗੇ ਕਿਰਪਾ ਹੁੰਦੀ ਹੈ। ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੈ ਇੱਕ ਕਣੀ। ਕਰੋੜਾਂ ਦਾ ਉਧਾਰ ਕਰਨ ਦਾ ਗੁਰਮੁਖ ਭਵਜਲ ਬੋਹੇ ਥਾ। ਭਾਈ ਗੁਰਦਾਸ ਜੀ, ਗੁਰਮੁਖ ਭਵਜਲ ਬੋਹੇ ਥਾ, ਇੱਕ ਪਿੱਛੇ ਲੱਖ ਤਰੰਦੇ। ਇੱਕ ਦੀ ਸੰਗਤ ਕਰਕੇ ਦੇ ਨਾਵੈ ਇੱਕ ਕਣੀ, ਨਾਵੈ ਇੱਕ ਕਣੀ। ਗੁਰਮੁਖ ਕੋਟ ਉਧਾਰਦਾ, ਗੁਰਮੁਖ ਕੋਟ ਉਧਾਰਦਾ। ਗੁਰਮੁਖ ਕੋਟ ਉਧਾਰਦਾ, ਗੁਰਮੁਖ ਕੋਟ ਉਧਾਰਦਾ। ਦੇ ਨਾਵੈ ਇੱਕ ਕਣੀ, ਦੇ ਨਾਵੈ ਇੱਕ ਕਣੀ। ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੈ ਇੱਕ ਕਣੀ। ਕਰੋੜਾਂ ਦਾ ਉਧਾਰ ਸੰਤ ਮਹਾਰਾਜ ਦੀ ਸੰਗਤ ਕਰਕੇ
ਜਿਹੜੀ ਵੀ ਕੋਈ ਭਾਵਨਾ ਲੈ ਕੇ ਆਇਆ ਉਹ ਇਸ ਦਰ ਤੋਂ ਫਿਰ ਖਾਲੀ ਨਹੀਂ ਗਿਆ। ਸੋ ਸਾਧ ਸੰਗਤ ਜੀ, ਬੜੇ ਪ੍ਰਮਾਣ ਨੇ, ਬੜੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ। ਸਰਦਾਰ ਮੋਹਨ ਸਿੰਘ ਜੀ ਕੋਕਾ ਕੋਲਾ, ਜਿਨ੍ਹਾਂ 'ਤੇ ਬਖਸ਼ਿਸ਼ ਹੋਈ, ਅੱਜ ਵੀ ਉਹ ਨਿਰੰਤਰ ਗੁਰੂ ਘਰ ਦੇ ਅਨੰਨ ਸੇਵਕ ਬਣ ਕੇ ਗੁਰਮੁਖ ਨਿਮਾਣੇ ਹੋ ਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨ ਵਾਲੇ ਸੇਵਾਦਾਰ। ਇੱਕ ਨਹੀਂ ਹੈ ਲੋਟੇ ਮਾਰ ਦੇ ਸੇਵਕ, ਬੜੇ ਬੜੇ ਅਮੀਰ, ਪਰ ਅੱਜ ਵੀ ਉਹ ਗੁਰੂ ਨਾਨਕ ਦੇ ਘਰ ਦੇ, ਇਸ ਘਰ ਦੇ ਸੇਵਕ ਬਣ ਕੇ ਸੇਵਾ ਕਰਦੇ। ਇੱਕ ਤੇ ਨਹੀਂ ਕਿਰਪਾ ਹੋਈ, ਬਹੁਤ ਲੰਮਾ ਸਮਾਂ ਲੱਗ ਜਾਏਗਾ ਗਿਣਤੀ ਕਰਦਿਆਂ। ਪਰ ਸਾਧ ਸੰਗਤ ਜੀ, ਜਿਨ੍ਹਾਂ ਨੂੰ ਸੰਗਤ ਮਿਲੀ, ਜਿਨ੍ਹਾਂ ਨੇ ਸੰਗਤ ਕੀਤੀ, ਸੰਗਤ ਕੋਈ ਕੋਲ ਰਹਿਣ ਦਾ ਨਾਮ ਨਹੀਂ ਹੈ, ਕੋਲ ਬਹਿਣ ਦਾ ਨਾਮ ਨਹੀਂ ਹੈ ਕਿ ਮੈਂ ਇੰਨੇ ਸਾਲ ਨਾਲ ਰਿਹਾ, ਇੰਨੇ ਸਾਲ ਕੋਲ ਰਿਹਾ। ਤੇ ਕੋਲ ਤਾਂ ਚੰਦਨ ਦੇ ਬਾਂਸ ਵੀ ਰਹਿੰਦਾ ਹੈ। ਭਗਤ ਕਬੀਰ ਜੀ ਕਹਿੰਦੇ ਉਹਦੇ 'ਤੇ ਅਸਰ ਹੀ ਨਹੀਂ ਹੁੰਦਾ। ਆਹ ਲਾਈਟ ਜਗ ਰਹੀ ਹੈ, ਇਹਦੇ ਵਿੱਚ ਦੋ ਤਾਰਾਂ ਨੇ, ਨੈਗੇਟਿਵ ਤੇ ਪੋਜ਼ਿਟਿਵ। ਇੱਕ ਅਰਥ ਦੀ ਤਾਰ ਹੈ, ਇੱਕ ਕਰੰਟ ਦੀ ਹੈ। ਇਹਨਾਂ ਦੋਹਾਂ ਤਾਰਾਂ ਦੇ ਵਿੱਚ ਵਾਲ ਦੇ 100ਵੇਂ ਹਿੱਸੇ ਜਿੰਨਾ ਫਰਕ ਰਹਿ ਜਾਏ, ਆਪਸ ਵਿੱਚ ਨਾ ਮਿਲਣ, ਕਦੇ ਲਾਈਟ ਨਹੀਂ ਜਗਦੀ ਹੈ। ਭਗਤ ਕਬੀਰ ਜੀ ਕਹਿੰਦੇ ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ, ਪਰ ਜਿੰਨਾ ਚਿਰ ਲੋਹਾ ਪਾਰਸ ਦੇ ਨਾਲ ਨਹੀਂ ਲੱਗਦਾ, ਕੋਲ ਪਿਆ ਰਹੇ, ਬਿਲਕੁਲ ਕੋਲ ਨੇੜੇ, ਲੋਹਾ ਹੀ ਰਹੇਗਾ। ਸੰਗਤ ਕਹਿੰਦੇ ਨੇ ਜੁੜਨਾ। ਸਤ ਹੈ ਪਰਮੇਸ਼ਰ, ਬਾਣੀ ਸਤ ਹੈ, ਨਾਮ ਸਤ ਹੈ, ਤੇ ਸੰਗਤ ਹੈ ਜੁੜਨਾ। ਜਿਨ੍ਹਾਂ ਨੇ ਉਹਨਾਂ ਦਾ ਬਚਨ ਮੰਨਿਆ, ਕਮਾਈ ਕੀਤੀ। ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕਰਨੀ ਪ੍ਰਧਾਨ ਹੈ, ਨਾ ਕਿ ਕਥਨੀ ਪ੍ਰਧਾਨ ਹੈ। ਜਿਨ੍ਹਾਂ ਨੂੰ ਇੱਕ ਵੀ ਬਚਨ ਕਰਤਾ ਸੰਤ ਮਹਾਰਾਜ ਨੇ, ਇੱਕ ਰਸ ਉਹਨਾਂ ਦੀ ਜ਼ਿੰਦਗੀ ਗੁਰਮਤਿ ਅਨੁਸਾਰ ਬਤੀਤ ਹੁੰਦੀ ਸੀ, ਅੱਖੀ ਦੇਖੀ ਹੈ। ਭਾਵੇਂ ਉਹ ਘਰ ਵਿੱਚ ਸੀ, ਭਾਵੇਂ ਪਰਿਵਾਰ ਵਿੱਚ ਸੀ, ਸਾਰੇ ਉਹਨਾਂ ਨੇ ਆਪਣੇ ਫਰਜ਼ ਵੀ ਪੂਰੇ ਕੀਤੇ, ਪਰ ਇੱਕ ਰਸ, ਨਾ ਰਹਿਤ ਬਹਿਤ ਵਿੱਚ ਫਰਕ ਆਇਆ, ਨਾ ਨਿਤਨੇ ਵਿੱਚ ਫਰਕ ਆਇਆ, ਨਾ ਉਹਨਾਂ ਨੇ ਸੇਵਾ ਤੇ ਸੰਗਤ ਛੱਡੀ। ਪੂਰੇ ਕਾ ਕੀਆ ਸਭ ਕੁਛ ਪੂਰਾ। ਇਸ ਕਰਕੇ ਸਾਨੂੰ ਪੂਰਿਆਂ ਦੀ ਸੰਗਤ ਮਿਲੀ। ਅਸੀਂ ਦਾਅਵੇ ਨਾਲ ਇਹ ਗੱਲ ਕਰਦੇ ਹਾਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਿ ਅਸੀਂ ਪੂਰਿਆਂ ਦੀ ਸੰਗਤ ਕੀਤੀ ਹੈ। ਭਾਵੇਂ ਸਾਰੇ ਮਹਾਂਪੁਰਸ਼ ਸਤਿਕਾਰਯੋਗ ਨੇ, ਪਰ ਜਿੰਨੇ ਸਮੁੰਦਰ 'ਤੇ ਜਾ ਕੇ ਫਿਰ ਉਹਨਾਂ ਨੂੰ ਛਪੜੀਆਂ 'ਚ ਦੇਖਣ ਦੀ, ਝਾਕਣ ਦੀ ਲੋੜ ਨਹੀਂ ਪੈਂਦੀ ਹੈ। ਤੇ ਭਗਤ ਫਰੀਦ ਜੀ ਵੀ ਕਹਿੰਦੇ ਨੇ, ਫਰੀਦਾ ਸੋਈ ਸਰਵਰ ਢੂੰਡ ਲਹੋ, ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਹੋਇਆ, ਚਿੱਕੜ ਡੂਬੇ ਹੱਥ। ਜਿੱਥੇ ਭਰਮਾਂ ਦੀਆਂ ਡੱਡੀਆਂ ਤੇ ਵਹਿਮਾਂ ਦੀਆਂ ਮੱਛੀਆਂ, ਮੋਹ ਮਮਤਾ ਦੇ ਚਿੱਕੜ ਹੈ, ਉੱਥੇ ਕੀ ਕਰੇਗਾ? ਉੱਥੇ ਜਾ ਸਮੁੰਦਰ 'ਤੇ, ਜਿੱਥੇ ਨਾਮ ਰੂਪੀ ਹੀਰਾ ਤੇ ਗਿਆਨ ਰੂਪੀ ਲਾਲ ਦੀ ਪ੍ਰਾਪਤੀ ਹੋਵੇ। ਸੋ ਆਪਾਂ ਨੂੰ ਪੂਰਿਆਂ ਦੀ ਸੰਗਤ ਜਿਨ੍ਹਾਂ ਨੂੰ ਮਿਲੀ ਹੈ, ਸੋ ਹੀ ਬੈਠੇ ਨੇ ਸਾਧ ਸੰਗਤ ਜੀ। ਉਹਨਾਂ ਨੇ ਕੋਈ ਸਮਾਂ ਨਹੀਂ ਵਿਚਾਰਿਆ, ਕੋਈ ਹਾਲਾਤ ਨਹੀਂ ਦੇਖੇ। ਸੋ ਆਓ, ਇਹ ਸਾਇੰਸ ਨੇ ਗੱਲ ਸਿੱਧ ਕਰ ਦਿੱਤੀ ਹੈ ਕਿ ਹਰ ਇੱਕ ਚੀਜ਼ ਸੰਗਤ ਦਾ ਅਸਰ ਕਬੂਲਦੀ ਹੈ। ਸਾਇੰਸ ਤਾਂ ਅੱਜ ਕਹਿਣ ਲੱਗੀ ਹੈ
ਤੇ ਜਾਣਨ ਹਰ ਪ੍ਰਭੂ ਪ੍ਰਭੀਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੱਜ ਤੋਂ 550 ਸਾਲਾ ਸੰਗਤਾਂ ਮਨਾ ਕੇ ਹਟੀਆਂ। ਇਸ ਸਾਲ, ਪਿਛਲੇ ਸਾਲ ਸੀ ਨਵੰਬਰ 'ਚ। ਸੋ ਸਾਧ ਸੰਗਤ ਜੀ, 550 ਸਾਲ ਪਹਿਲਾਂ ਮਹਾਰਾਜ ਨੇ ਬਚਨ ਕਰ ਦਿੱਤਾ। ਹਾਲਾਤ ਦੇਖੇ, ਕਮਜ਼ੋਰ ਸਰੀਰ, ਦਿਲ ਦਿਮਾਗ, ਨਕੱਦੇ, ਛੋਟੀਆਂ ਉਮਰਾਂ, ਬਹੁਤਾ ਤਪ ਨਹੀਂ ਕਰ ਸਕਦੇ, ਬਹੁਤੀਆਂ ਕਠਿਨ ਤਪੱਸਿਆ ਨਹੀਂ ਕਰ ਸਕਦੇ। ਸਤ ਸੰਗਤ ਇੱਕ ਐਸਾ ਸਾਧਨ ਬਣਾਤਾ ਕਿ ਜਿਹਨੂੰ ਬੱਚੇ, ਨੌਜਵਾਨ, ਬਜ਼ੁਰਗ, ਮਾਈ ਭਾਈ ਹਰ ਕੋਈ ਕਰ ਸਕਦਾ ਹੈ। ਜਿਹਦੀ ਤਿਤਿਕਸ਼ਾ ਥੋੜ੍ਹੀ ਹੈ, ਘਾਲਣਾ ਥੋੜ੍ਹੀ ਹੈ, ਅਤੇ ਫਲ ਬੜਾ ਵਿਸ਼ੇਸ਼ ਹੈ। ਸੱਚੇ ਪਾਤਸ਼ਾਹ ਨੇ ਥਾਂ ਥਾਂ 'ਤੇ ਸਤ ਸੰਗਤ ਦੀ ਵਡਿਆਈ ਕੀਤੀ ਹੈ। ਸੁਣਿਓ ਮੇਰੇ ਮੀਤਾਂ ਜੀ ਮਹਿਮਾ ਸਤ ਸੰਗ ਦੀ, ਸੁਣੋ ਮੇਰੇ ਮੀਤਾਂ ਜੀ ਮਹਿਮਾ ਸਤ ਸੰਗ ਦੀ। ਸੁਣਿਓ ਮੇਰੇ ਮੀਤਾਂ ਜੀ ਮਹਿਮਾ ਸਤ ਸੰਗ ਦੀ, ਸੁਣਿਓ ਮੇਰੇ ਮੀਤਾਂ ਜੀ ਮਹਿਮਾ ਸਤ ਸੰਗ ਦੀ। ਪਿੰਗਲ ਪਰਬਤ ਪਾਰ ਪਰੇ ਕਲ ਚਤਰਬ ਕੀਤਾ, ਅੰਦਲੇ ਤਿਰ ਪਵਨ ਸੂਝਿਆ। ਅੰਦਲੇ ਤਿਰ ਪਵਨ ਸੂਝਿਆ, ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ। ਸੁਣੋ ਮੇਰੇ ਮੀਤਾ ਮੈਲ ਕੋਈ ਕੋਟਿਆ ਗਹਰੇ, ਅਗ ਹਰੇ ਨਿਰਮਲ ਮੈਂ ਜੀਤਾ, ਐਸੀ ਭਗਤ ਗੋਬਿੰਦ ਕੀ। भक्त गोविंद की इतिहासी जीता, जो जो कीनो अपनो, जो जो कीनो अपनो इस पहचान दीता, सिंह भलाई होए गयो। भलाई होए गयो चरण मेहरत कीता, शर्म करते दाम अडको।
करते दामाड को। ये गणित नीता कमन बढ़ाई कह सको, कमन बढ़ाई कह सको। बेअंत गुणीता कर कृपा मोह नाम देओ। कर कृपा मोह नाम देओ। नानक दर सीता पिंगल पर्वत पार परे। सत संगत दी वडियाई सच्चे पातशाह ने थां थां ते कीती है। भावें हर एक चीज़ संगत दा असर कबूल दी है। धरती ते पौन पानी ते दरख्तां ते पशुआं ते हर एक चीज़ उत्ते संगत दा असर हुंदा है। पर साडा जीवन तां संगत ते ही मनो असर है। जिहो जी कोई संगत करदा है वैसी बुद्ध बनदी है। जैसी बुद्ध हुंदी है वैसा कर्म करदा है। जैसा कर्म करदा है वैसा भोगदा है। कबीर मारी मरो को संग की केले निकट जो बेर। ओ झूला ओ चीरी है साकत संग ना हेर। साकत पुरुषां दी संगत बड़ी छेती असर कर जाती है। कपड़े साफ रखण दा यतन किया जाता है, मैल तो अपने आप ही आ जाती है। बुराई चल के तुहाडे कोल आ जाएगी, पर चंगे बनने वास्ते उद्यम करना पएगा। सुआव साध संगत जी थां थां ते सत संगत करन दी ताकीद कीती है। जिथे सच्चे पातशाह ने बाणी च उत्थे गुरु घर दे वेद व्यास भाई साहब भाई गुरदास जेड़े गुरु घर विच बड़े सत्कारे महान सिख होए। श्री अकाल तख्त साहब दे पहले जथेदार भाई साहब भाई गुरदास, जिन्हां नूं ये माण प्राप्त है कि सब तो पहला गुरु ग्रंथ साहिब की बाणी रामसर सरोवर के किनारे बैठ के अपने हस्त कमलों नाल भाई गुरदास जी ने लिखी। जिन्हां दियां वारां नूं कवित सवैया नूं महाराज ने कुंजी का वरदान दिता। जे भाई गुरदास जी दियां वारां पढ़ीए तो बचन बाणी च सिद्ध हो जाते हैं। जे बाणी पढ़ीए तो बचन भाई गुरदास जी दियां वारां च सिद्ध हो जाते हैं। सो भाई साहब भाई गुरदास जी ने भी सत संगत का असर हुंदा है हर एक चीज़ उत्ते। महापुरुष पहुँचण वाला ही है। वैसे तो भाई साहब भाई गुरदास जी फरमान करते हैं कि कागत एक बूंद कागत उत्ते पानी दी रख दी है। मिरत मंडल जग साजिया ज्यों बालू घर बार। बिनसत बार न लगे ज्यों कागद बूंदार। हुण ये बचन बाणी च भी महाराज ने आख्या भी एक बूंद कागत नूं गाल के विचों लंघ जाती है। हुण यही बचन भाई साहब भाई गुरदास जी कहते हैं जैसे करतास गर जात जल बूंद परी। एक बूंद कागत उत्ते पानी दी रखी ते पानी दे विचों दी लंघ की कागत नूं गाल के। एक बूंद नहीं गाल दिता कागत। पर भाई साहब भाई गुरदास जी कहते ने उसे कागत नूं घ्यो ला दीए, घ्यो की संगत मिल जाए उन्होंने, फिर भावें दरिया च सिट दो कागत गलेगा नहीं। किरत सन मद जल मद सावधान है।
ਸੰਗਤ। ਐਵੇਂ ਥੋੜ੍ਹਾ ਆਪਾਂ ਬੈਠੇ ਹਾਂ। ਠੀਕ ਹੈ, ਜਾਗਣਾ ਤਾਂ ਹੋਰ ਵੀ ਬੜੇ ਤਰੀਕਿਆਂ ਨਾਲ ਲੋਕੀ ਜਾਗਦੇ ਆ। ਚੋਰ ਵੀ ਜਾਗਦੇ ਆ ਰਾਤ ਨੂੰ, ਕੁਰਾਹ ਛੱਡ ਕੇ ਜਾਂਦੇ ਆ, ਕੁਰਾਹ ਹੀ ਜਾਂਦੇ ਆ ਰਾਹ ਛੱਡ ਕੇ। ਚਾਨਣ 'ਚ ਨਹੀਂ ਤੁਰਦੇ, ਹਨੇਰੇ 'ਚ ਤੁਰਦੇ ਆ। ਜਾਗਦੇ ਤਾਂ ਉਹ ਵੀ ਨੇ। ਜਾਗਦੇ ਤਾਂ ਹਸਪਤਾਲਾਂ 'ਚ ਮਰੀਜ਼ ਵੀ ਨੇ, ਸਾਰੀ ਸਾਰੀ ਰਾਤ ਹਾਏ ਹਾਏ ਕਰਕੇ। ਚਿੰਤਾਤਰ ਪੁਰਸ਼ ਵੀ ਜਾਗਦੇ ਨੇ। ਕਰਜ਼ਾਈ ਬੰਦੇ ਵੀ ਨਹੀਂ ਸੌਂਦੇ ਚੰਗੇ। ਪਰ ਸਾਧ ਸੰਗਤ ਜੀ, ਆਹ ਜਿਹੜਾ ਜਾਗਣਾ ਗੁਰੂ ਮਹਾਰਾਜ ਕਹਿੰਦੇ ਨੇ ਲੇਖੇ ਵਿੱਚ। ਜਾਗਦੇ ਤਾਂ ਹੋਰ ਵੀ ਬੜੇ ਨੇ। ਚੌਂਕੀਦਾਰ ਵੀ ਡੰਡੇ ਖੜਕਾਉਂਦੇ ਫਿਰਦੇ ਆ ਗਲੀਆਂ 'ਚ, ਜਾਗਦੇ ਰਹੋ ਜਾਗਦੇ ਰਹੋ। ਪਰ ਸਾਧ ਸੰਗਤ ਜੀ, ਜਿਹੜੇ ਪਰਮਾਤਮਾ ਦੀ ਯਾਦ ਵਿੱਚ ਜਾਗਦੇ ਆ ਉਹ ਥੋੜ੍ਹੇ ਨੇ। ਸੱਚੇ ਨਾਮ ਦੇ ਬੈਰਾਗੀ ਨੇ ਜਿਹੜੇ ਸਾਰੀ ਸਾਰੀ ਰਾਤ ਜਾਗਦੇ। ਨਾਮ ਦੇ ਬੈਰਾਗੀ ਸਾਰੀ ਸਾਰੀ ਰਾਤ ਜਾਗਦੇ। ਉਹ ਸੱਚੇ ਨਾਮ ਦੇ ਸੱਚੇ ਨਾਮ ਦੇ ਬੈਰਾਗੀ, ਜਿਹੜੇ ਬੈਰਾਗੀ ਬੰਦੇ ਬੈਰਾਗੀ ਨੇ ਜਿਹੜੇ ਉਹ ਸਾਰੀ ਸਾਰੀ। ਉਹ ਸੱਚੇ ਨਾਮ ਦੇ ਬੈਰਾਗੀ ਜਿਹੜੇ ਸਾਰੀ ਸਾਰੀ ਰਾਤ ਜਾਗਦੇ। ਸੱਚੇ ਨਾਮ ਦੇ ਬੈਰਾਗੀ ਇਹ ਜਾਗਣਾ ਲੇਖੇ ਵਿੱਚ ਹੈ, ਜਿਹੜਾ ਉਹਦੀ ਯਾਦ ਵਿੱਚ। ਜਿਨ੍ਹਾਂ ਨੇ ਪਰਮਾਤਮਾ ਦੀ ਯਾਦ ਵਿੱਚ ਆਪਣਾ ਜੀਵਨ ਬਤੀਤ ਕੀਤਾ, ਉਹਨਾਂ ਦੀ ਯਾਦ ਵਿੱਚ ਸਾਨੂੰ ਪਰਮਾਤਮਾ ਦੀ ਯਾਦ ਆਉਂਦੀ ਹੈ। ਕਈ ਉਸਲਵੱਟੇ ਜੇ ਲੈਂਦੇ ਆ ਜੀ, ਸੰਤਾਂ ਦੀਆਂ ਬਰਸੀਆਂ ਮਨਾਉਂਦੇ ਆ। ਭਾਵੇਂ ਮਹਾਂਪੁਰਸ਼ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਰਾਜ, ਗੁਰੂ ਮਹਾਰਾਜ ਦਾ ਜਿਹੜਾ ਵੀ ਗੁਰਪੁਰਬ ਹੁੰਦਾ 10 ਪਾਤਸ਼ਾਹੀਆਂ ਵਿੱਚੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਵਸ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਤਾ ਗੱਦੀ ਦਿਵਸ, ਸੰਪੂਰਨਤਾ ਦਿਵਸ, ਸਾਰੇ ਗੁਰਪੁਰਬ ਇੱਥੇ ਮਨਾਏ ਜਾਂਦੇ ਆ। ਪਰ ਸਾਧ ਸੰਗਤ ਜੀ, ਉਹਨਾਂ ਦੇ ਕਹਿਣ ਨਾਲ ਤਾਂ ਕੁਛ ਨਹੀਂ ਵਿਗੜਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ। ਜਦੋਂ ਕੋਈ ਕਿਸੇ ਰੱਬ ਦੇ ਪਿਆਰੇ ਦੀ ਵਡਿਆਈ ਕਰਦਾ, ਉਹਦੇ ਵਿੱਚ ਪਰਮਾਤਮਾ ਦੀ ਵਡਿਆਈ ਆਪੇ ਹੀ ਹੋ ਜਾਂਦੀ ਹੈ। ਹੁਣ ਅਖੰਡ ਪਾਠ ਸਾਹਿਬ ਬਾਣੀ ਦੇ ਹੋ ਰਹੇ ਨੇ, ਕੀਰਤਨ ਬਾਣੀ ਦਾ ਹੋ ਰਿਹਾ ਹੈ, ਵਿਚਾਰ ਬਾਣੀ ਦੀ ਹੋ ਰਹੀ ਹੈ। ਕਿਸੇ ਨੇ ਆਖਿਆ ਹੀ ਨਹੀਂ ਹੈ ਮਹਾਂਪੁਰਸ਼ਾਂ ਨਾਲ ਜੁੜੋ, ਸੰਤਾਂ ਨੂੰ ਮੰਨੋ। ਉਂਝ ਹੀ ਕਿਸੇ ਨੂੰ ਦੁੱਖ ਹੈ ਤਾਂ ਉਹਦਾ ਤਾਂ ਕੋਈ ਇਲਾਜ ਨਹੀਂ ਹੈ। ਗੁਰਮਤਿ ਦੀ ਗੱਲ ਹੋ ਰਹੀ ਹੈ, ਗੁਰਮਤਿ ਨਾਲ ਸੇਵਾ ਸਿਮਰਨ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਦਾ ਹਰ ਬਚਨ ਬਾਣੀ ਅਨੁਸਾਰ ਹੈ। ਉਹਨਾਂ ਨੇ ਆਪਣਾ ਜੀਵਨ ਆਪ ਗੁਰਮਤਿ ਅਨੁਸਾਰ ਕਮਾਇਆ। ਫਿਰ ਸਾਨੂੰ ਜਿਹੜਾ ਵੀ ਬਚਨ ਕੀਤਾ ਗੁਰਮਤਿ ਅਨੁਸਾਰ ਕੀਤਾ ਹੈ। ਸੋ ਸਾਧ ਸੰਗਤ ਜੀ,
ਉਹਨਾਂ ਦੀ ਯਾਦ ਵਿੱਚ ਸਾਨੂੰ ਪਰਮਾਤਮਾ ਦੀ ਯਾਦ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਉਹ ਪਰਮਾਤਮਾ ਦੇ ਪਿਆਰਿਆਂ ਦੀ ਯਾਦ ਕਰਦਿਆਂ ਪਰਮਾਤਮਾ ਯਾਦ ਆਉਂਦਾ ਹੈ। ਸੋ ਉਹਨਾਂ ਦੀ ਸੰਗਤ ਵੀ ਸਾਨੂੰ ਗੁਰਮਤਿ ਦੀ ਰੰਗਤ ਲੱਗੀ। ਸੋ ਅੱਜ ਵੀ ਉਹਨਾਂ ਦਾ ਜੀਵਨ 2 ਵਜੇ ਉੱਠਣਾ, ਪਿਆਰੇ ਜਿਹੜੇ ਪੁਰਾਣੇ ਸੇਵਕ ਨੇ ਉਹਨਾਂ ਦੇ ਜੀਵਨ ਵਿੱਚ ਵੀ ਚਾਰ ਜਗਾਉਣਾ। ਅੱਜ ਦੀ ਗੱਲ ਤਾਂ ਨਹੀਂ ਅਸੀਂ ਕਰਦੇ, ਹੈ ਤਾਂ ਵੈਸੇ ਪੋਟਿਆਂ 'ਤੇ ਗਿਣਨ ਵਾਲਾ ਹੀ ਉਹ 2 ਵਜੇ 2:30 ਵਜੇ 3 ਵਜੇ, ਕਿਉਂਕਿ ਉਹਨਾਂ ਨੂੰ ਕਿਰਪਾ ਉਹਨਾਂ ਤੋਂ ਹੋਈ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪ ਬਚਨ ਮੰਨਿਆ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਖੰਡੇ ਬਾਟੇ ਦਾ ਅੰਮ੍ਰਿਤ 5 ਪਿਆਰਿਆਂ ਤੋਂ ਛਕ ਲਿਆ। ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਗੁਰੂ ਘਰ ਦੀ ਮਰਿਆਦਾ ਫਿਰ ਬੇਨਤੀ ਕੀਤੀ, ਮਹਾਰਾਜ ਉਪਦੇਸ਼, ਕਹਿੰਦੇ ਉਪਦੇਸ਼ ਤਾਂ ਗੁਰੂ ਘਰ ਵਿੱਚ 5 ਪਿਆਰਿਆਂ ਨੂੰ ਅਧਿਕਾਰ ਹੈ ਦੇਣ ਦਾ। ਮਹਾਰਾਜ ਜਿਹਨੇ ਕਮਾਇਆ ਹੋਵੇ, ਆਪ ਬੰਦਗੀ ਕੀਤੀ ਹੋਵੇ, ਉਹਨਾਂ ਦੀ ਰਸਨਾ ਤੋਂ ਕਿਹਾ ਹੋਇਆ ਬਚਨ ਮਦਦਗਾਰ ਬਣਦਾ ਹੈ। ਜਿਹੜਾ ਪੜ੍ਹਿਆ ਹੁੰਦਾ ਉਹ ਪੜ੍ਹਾ ਸਕਦਾ ਹੈ, ਜਿਨ੍ਹਾਂ ਨੇ ਜਪਿਆ ਉਹ ਜਪਾ ਸਕਦਾ ਹੈ, ਜੁੜਿਆ ਹੋਇਆ ਜੋੜ ਸਕਦਾ ਹੈ। ਤੋੜਨ ਵਾਲੇ ਤਾਂ ਬੜੇ ਨੇ, ਜੋੜਨ ਹਾਰੋ ਸੰਤ ਨਾਨਕ ਪਾਦਰ ਪਦਰੋ। ਤੇ ਜਿਨ੍ਹਾਂ ਨੂੰ ਬਚਨ ਕਰਤਾ ਸਾਰੀ ਜ਼ਿੰਦਗੀ ਇੱਕ ਰਸ ਉਹਨਾਂ ਦੀ ਬਤੀਤ ਹੋਈ। ਇਹਨਾਂ ਕਮਾਈ ਸੰਤ ਮਹਾਰਾਜ ਦੀ, ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ। ਅੱਜ ਵੀ ਬੜੀਆਂ ਘੋਟ-ਘੋਟ ਕੇ ਵਿਚਾਰਾਂ ਸੁਣਾਈਆਂ ਜਾਂਦੀਆਂ, ਬੜੀਆਂ ਬਣਾ ਕੇ ਤਿਆਰੀ ਕਰਕੇ ਬਚਨ ਗੱਲਾਂ ਕੀਤੀਆਂ ਜਾਂਦੀਆਂ, ਪਰ ਐਂ ਹੈ ਜਿਵੇਂ ਦਿਵਾਲੀ ਨੂੰ ਖੜਕਾ ਜਿਹਾ ਹੁੰਦਾ, ਫੱਟੜ ਕੋਈ ਨਹੀਂ ਹੁੰਦਾ ਉਹਦੇ ਨਾਲ। ਪਰ ਕੋਈ ਕਮਾਈ ਵਾਲਾ ਬਚਨ ਕਰ ਦੇਵੇ, ਸਾਧ ਸੰਗਤ ਜੀ ਇੱਥੋਂ ਦੀ ਤਾਂ ਕੀ ਹੈ ਬਾਤ। ਮਾਨਸ ਕੀ ਕਹੋ ਕੇਤਕ ਬਾਤ, ਜਮ ਤੇ ਰਾਖੋ ਦੇ ਕਰ ਹਾਥ। ਅੱਗੇ ਦਾ ਵੀ ਇੰਤਜ਼ਾਮ ਕਰ ਦਿੰਦੇ ਆ। ਧਰਮ ਰਾਇ ਅਬ ਕਹਾਂ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਦਵਲਾਨ ਬੇਨਤੀ ਕੀਤੀ ਸੰਤ ਮਹਾਰਾਜ ਨੂੰ ਕਿ ਮਹਾਰਾਜ ਰਾਜਾ ਜਨਕ ਬ੍ਰਹਮ ਗਿਆਨੀ ਹੋਇਆ, ਮਿਥਿਲਾਪੁਰੀ ਨੂੰ ਸਾਰੀ ਨੂੰ ਸੱਚਖੰਡ ਲੈ ਗਏ, ਰਾਮਚੰਦਰ ਅਯੁੱਧਿਆ ਨੂੰ ਲੈ ਗਏ, ਸੁਰਗਾਪੁਰੀ ਨੂੰ ਲੈ ਗਿਆ ਹਰੀ ਚੰਦ। ਆਪ ਵੀ ਬ੍ਰਹਮ ਗਿਆਨੀ ਹੋ। ਸੰਤ ਜੀ ਮਹਾਰਾਜ ਕਹਿੰਦੇ ਉਹ ਸਮਾਂ ਤਾਂ ਨਹੀਂ ਹੈ ਹੁਣ, ਪਰ ਜਿਹੜਾ ਤਾਰ ਦੇ ਅੰਦਰ ਕੁੱਤਾ ਵੀ ਆ ਜਾਊਗਾ ਉਹ ਨਰਕ 'ਚ ਨਹੀਂ ਜਾ ਸਕਦਾ ਹੈ। ਜਾਂਕਾ ਕਹਿਆ ਦਰਗਹਿ ਚੱਲਿਆ, ਉਹਨਾਂ ਦੀ ਗੱਲ ਹੈ ਜਿਨ੍ਹਾਂ ਦੀ ਪਹੁੰਚ ਹੈ। ਜੋ ਓਏ ਕਰੈ ਸੋਈ ਪ੍ਰਭ ਮਾਨੈ। ਐਵੇਂ ਗਪਾੜ ਛੱਡੀ ਜਾਣੇ, ਨਾ ਕੋਈ ਅੱਗਾ ਨਾ ਪਿੱਛਾ, ਪਰ ਜਿਨ੍ਹਾਂ ਦਾ ਕਮਾਈ ਉਹ ਫਿਰ ਪੂਰੇ ਬਚਨ ਕਰਦੇ ਆ। ਤੋਲ ਬੋਲ ਸੱਚ ਪੂਰਾ, ਉਹਨਾਂ ਦਾ ਹਰ ਇੱਕ ਬਚਨ ਹੈ ਜਿਹੜਾ ਪੂਰਾ ਹੁੰਦਾ ਕਮਾਈ ਵਾਲਿਆਂ ਦਾ। ਕਿਉਂਕਿ ਗੁਰੂ ਘਰ ਦੇ ਵਿੱਚ ਕਰਨੀ ਪ੍ਰਧਾਨ ਹੈ। ਜੈ ਕਰਨੀ ਤੈ ਪੂਰੀ ਮਤ, ਕਰਨੀ ਬਾਝੋਂ ਘੱਟੇ ਘੱਟ। ਸੋ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਕਹਿੰਦੇ ਆ ਕਿ ਇੱਕ ਬੂੰਦ ਕਾਗਜ਼ ਨੂੰ ਗਾਲ ਦਿੰਦੀ ਹੈ ਪਾਣੀ ਦੀ, ਪਰ ਜੇ ਘਿਓ ਲਾ ਦਈਏ ਫਿਰ ਉਹ ਪਾਣੀ ਕਾਗਜ਼ ਨੂੰ ਗਾਲ ਨਹੀਂ ਸਕਦਾ। ਸੰਗਤ ਦੀ ਕਿਰਪਾ। ਤੇ ਦੂਜਾ ਪ੍ਰਮਾਣ ਭਾਈ ਸਾਹਿਬ ਕਹਿੰਦੇ ਨੇ, ਕਰੋੜਾਂ ਪੰਡਾਂ ਰੂੰ ਦੀਆਂ ਪਈਆਂ, ਇੱਕ ਚੰਗਿਆੜੀ ਅੱਗ ਦੀ ਡਿੱਗ ਪਈ ਵਿੱਚ, ਤੇ ਕਰੋੜਾਂ ਪੰਡਾਂ ਨੂੰ ਸਾੜ ਕੇ ਸਵਾਹ ਕਰ ਦਿੱਤਾ ਉਸ ਇੱਕ ਚੰਗਿਆੜੀ ਨੇ। ਪਰ ਉਸੇ ਰੂੰ ਦੇ ਵਿੱਚੋਂ ਥੋੜ੍ਹਾ ਜਿਹਾ ਲਿਆ ਕੇ ਰੂੰ ਬੱਤੀ ਵੱਟੀ, ਤੇ ਤੇਲ ਪਾ ਕੇ ਦੀਵੇ ਦੇ ਵਿੱਚ ਜਗਾ ਦਿੱਤੀ। ਉਹ ਤੇਲ ਦੀ ਸੰਗਤ ਮਿਲ ਗਈ, ਛੋਟੀ ਜਿਹੀ ਬੱਤੀ ਹੋਈ, ਕਈ ਦਿਨ ਨਹੀਂ ਸੜੀ। ਦੇਖਦੇ ਆ ਨਾ ਆਪਾਂ।
ਸੋ ਇਹ ਟਕਸਾਲਾਂ ਸੰਪਰਦਾਵਾਂ ਨੇ ਸੀਨੇ ਬਸੀਨੇ ਇਹ ਪਰੰਪਰਾਵਾਂ ਮਰਿਆਦਾ ਸਾਂਭ ਕੇ ਰੱਖੀਆਂ। ਬਾਕੀ ਤਾਂ ਹੁਣ ਗੁਰੂ ਹੀ ਕਿਰਪਾ ਕਰੇ ਆਪਣੇ ਉੱਤੇ। ਭਾਈ ਗੁਰਦਾਸ ਜੀ ਕਹਿੰਦੇ ਤੇਲ ਦੀ ਸੰਗਤ ਮਿਲ ਗਈ ਉਹ ਬੱਤੀ ਨੂੰ, ਤੇ ਕਈ ਦਿਨ ਉਹ ਬੱਤੀ ਵੀ ਨਹੀਂ ਸੜੀ। ਅਸਰ ਹੁੰਦਾ ਸੰਗਤ ਦਾ। ਤੇ ਤੀਜਾ ਪ੍ਰਮਾਣ ਭਾਈ ਸਾਹਿਬ ਕਹਿੰਦੇ ਨੇ ਥੋੜਾ ਜਿਹਾ ਲੋਹਾ ਪਾਣੀ ਸਿੱਟਿਆ ਤੇ ਡੁੱਬ ਗਿਆ। ਲੋਹਾ ਨਹੀਂ ਤਰਦਾ ਪਾਣੀ ਤੇ ਸਾਹਿਬ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਪ੍ਰਮਾਣ ਦਿੱਤੇ ਨੇ, ਜਿਉਂ ਪਾ ਖਾਨ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਪੱਥਰ ਬੇੜੀ ਦੇ ਵਿੱਚ ਰੱਖ ਦਈਏ ਤੇ ਪਰਲੇ ਪਾਸੇ ਲੰਘ ਜਾਂਦਾ, ਪਰ ਬੇੜੀ 'ਚ ਨਾਮ ਤੁਲਹਾ ਬੇੜੀ। ਕਠੋਰ ਮਨ ਪੱਥਰ ਵਰਗੇ ਵੀ ਕਿਤੇ ਸ਼ਬਦ ਨਾਲ ਬਾਣੀ ਨਾਲ ਜੁੜ ਜਾਣ, ਭਵ ਸਾਗਰ ਤੋਂ ਸਹਿਜੇ ਤਰ ਜਾਣਗੇ। ਹਰ ਇੱਕ ਬਚਨ ਬਾਣੀ 'ਚ ਪ੍ਰਮਾਣ ਦੇ ਕੇ ਉਦਾਹਰਨਾਂ ਦੇ ਕੇ ਸਮਝਾਇਆ। ਤੇ ਭਾਈ ਗੁਰਦਾਸ ਜੀ ਕਹਿੰਦੇ ਰੱਤੀ ਕਿ ਜਿੰਨਾ ਲੋਹਾ ਪਾਣੀ 'ਚ ਸਿੱਟਿਆ ਉਹ ਡੁੱਬ ਗਿਆ, ਪਰ ਉਹ ਲੋਹਾ ਲਾ ਦਿੱਤਾ ਬੇੜੀ ਦੇ ਨਾਲ। ਬੇੜੀ ਦਰਖਤ ਦੇ ਫੱਟੇ ਬਣਾ ਕੇ, ਵੈਸੇ ਜ਼ਿਆਦਾ ਬੇੜੀ ਸਿੰਬਲ ਦੇ ਰੁੱਖ ਦੇ ਫੱਟੇ, ਕਿਉਂਕਿ ਲੱਕੜ ਹੌਲੀ ਹੁੰਦੀ ਹੈ। ਭਾਵੇਂ ਬਾਣੀ ਦੇ ਕਥਨ ਅਨੁਸਾਰ ਉਹ ਕਿਸੇ ਕੰਮ ਦਾ ਨਹੀਂ ਹੁੰਦਾ। ਸਿੰਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਲੰਮਾ ਵੀ ਬੜਾ, ਉਹਦਾ ਤਣਾ ਮੋਟਾ ਵੀ ਬੜਾ ਹੁੰਦਾ ਹੈ, ਉਹਦੇ ਫੁੱਲ ਵੀ ਬੜੇ ਵਧੀਆ ਹੁੰਦੇ ਹੈ ਤੇ ਫਲ ਵੀ ਲੱਗਦੇ ਆ। ਉਹ ਵਿਚਾਰਾ ਤੋਤਾ ਆਇਆ, ਦੇਖਿਆ ਵੀ ਭੁੱਖਾ ਸੀ, ਆ ਕੇ ਸਿੰਬਲ ਦੇ ਰੁੱਖ 'ਚ ਚੁੰਝ ਮਾਰੀ, ਵਿੱਚ ਹੀ ਗੱਡ ਗਈ। ਉਹ ਲੇਸਲਾ ਹੁੰਦਾ, ਉਹਦੇ ਵਿੱਚੋਂ ਰੂੰ ਜਿਹਾ ਨਿਕਲਦਾ, ਗੋੜੇ ਜਿਹੇ ਉੱਡਦੇ ਫਿਰੀ ਜਾਂਦੇ ਆ। ਹੁਣ ਤਾਂ ਭਾਵੇਂ ਉਹਦੀਆਂ ਡੱਬੀ ਦੀਆਂ ਸੀਖਾਂ ਫੱਟੇ ਵੀ ਬਣਦੇ ਆ, ਪਰ ਸਾਧ ਸੰਗਤ ਜੀ ਬਾਣੀ ਕਹਿੰਦੇ ਉੱਚਾ ਬੜਾ ਸੀ, ਤਣਾ ਵੀ ਬੜਾ ਮੋਟਾ ਸੀ, ਪਰ ਦੇਖਣ ਨੂੰ ਵੀ ਬੜਾ ਸੋਹਣਾ ਲੱਗਦਾ ਸੀ। ਜਿਵੇਂ ਸਾਡਾ ਜੀਵਨ ਹੈ ਨਾ, ਦੇਖਣ ਨੂੰ ਬਾਹਰੋਂ, ਪਰ ਜਗਿਆਸੂ ਆਉਂਦੇ ਆ, ਉਹ ਨਿਰਾਸੇ ਹੋ ਕੇ ਮੁੜ ਜਾਂਦੇ ਆ। ਅੱਜ ਧਰਮ ਧਾਰਨ ਕਰਨ ਵਾਲੇ ਤਾਂ ਬੜੇ ਨੇ, ਪਰ ਧਰਮ ਦੱਸਣ ਵਾਲੇ ਸਾਧ ਸੰਗਤ ਜੀ ਥੋੜ੍ਹੇ। ਅੱਜ ਆਉਂਦੇ ਆ, ਨਿਰਾਸੇ ਹੋ ਕੇ ਮੁੜ ਜਾਂਦੇ। ਜਿੱਥੋਂ ਧਰਮ ਦੀ ਆਸ ਲੈ ਕੇ ਆਉਂਦੇ ਆ, ਉੱਥੋਂ ਅਧਰਮ ਦੀ ਪ੍ਰਾਪਤੀ ਹੁੰਦੀ ਹੈ। ਪੰਛੀ ਆਏ ਸੀ ਨਿਰਾਸੇ ਹੋ ਕੇ ਮੁੜ ਗਏ, ਫਿੱਕੇ ਤੇਰੇ ਫਲ ਸੀ ਮਲਾਵੇ। ਪੰਛੀ ਆਏ ਸੀ ਨਿਰਾਸੇ, ਫਿੱਕੇ ਤੇਰੇ ਫਲ ਸੀ ਮਲਾ। ਉਹ ਪੰਛੀ ਆਏ ਸੀ ਪੰਛੀ ਆਏ ਸੀ ਨਿਰਾਸੇ ਹੋ ਕੇ, ਨਿਰਾਸੇ ਹੀ ਮੁੜ ਗਏ। ਉਹ ਫਿੱਕੇ ਤੇਰੇ ਫਲ ਸੀ ਮਲਾ। ਪੰਛੀ ਆਏ ਸੀ ਨਿਰਾਸੇ ਹੋ ਕੇ ਮੁੜ ਗਏ, ਫਿੱਕੇ ਤੇਰੇ ਫਲ ਸੀ ਮਲਾ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕੇ।
फल फिके फुल बकबके काम ना आवे पत। वो ਇਹਦੇ ਫੱਟੇ ਬਣਾ ਕੇ ਬੇੜੀ ਨੂੰ ਲੱਗਦੇ, ਹੌਲੀ ਹੁੰਦੀ ਲੱਕੜ। ਭਾਈ ਗੁਰਦਾਸ ਜੀ ਕਹਿੰਦੇ ਉਹ ਲੋਹਾ ਜਦੋਂ ਬੇੜੀ ਦੇ ਫੱਟਿਆਂ ਨਾਲ ਲਾ ਦਿੱਤਾ, ਉਹਨੇ ਆਪ ਤਾਂ ਕਿ ਡੁੱਬਣਾ ਸੀ, ਉਹ ਦੂਜਿਆਂ ਨੂੰ ਪਾਰ ਲੰਘਾ ਦਿੰਦਾ। ਜਿੰਨਾ ਚਿਰ ਸੰਸਾਰ ਰਹੇਗਾ, ਸੰਤ ਮਹਾਰਾਜ ਦਾ ਕੱਲਾ ਕੱਲਾ ਬਚਨ ਜਗਿਆਸੂਆਂ ਨੂੰ ਭਵਜਲ ਤੋਂ ਪਾਰ ਲੰਘਾਉਂਦਾ ਰਹੇਗਾ। ਜਿੰਨਾ ਚਿਰ ਸਰੀਰ ਕਰਕੇ ਰਹੇ, ਸਫਲ ਬਿਰਖ ਫਲ ਦੇਤ ਜੋ ਪਾਖਾਨ ਮਾਰੇ, ਸਿਰ ਕਰਵਤ ਸਹਿ ਗਹਿ ਪਾਰ ਪਾਰ ਹੈ। ਖੜਾ ਸੀ ਦਰਖਤ, ਵੱਟੇ ਖਾਂਦਾ ਰਿਹਾ, ਪੱਥਰ ਖਾ ਕੇ ਮਿੱਠੇ ਫਲ ਦਿੰਦਾ ਰਿਹਾ। ਤੁਸੀਂ ਕਹੋਗੇ ਉਦਾਹਰਨਾਂ ਤਾਂ ਦੇ ਰਹੇ ਹੋ, ਮਹਾਂਪੁਰਸ਼ਾਂ ਨੂੰ ਵੀ ਪੱਥਰ ਮਾਰਦਾ ਕੋਈ। ਜਦੋਂ ਮਹਾਰਾਜ ਢੱਕੀ ਤਪ ਕਰ ਰਹੇ ਸੀ, ਜਦੋਂ ਸੂਰਜ ਚੜ੍ਹਦਾ, ਚਾਦਰਾਂ ਅੱਗੇ ਕੀਤਿਆਂ ਤੇ ਲੁਕਦਾ ਨਹੀਂ ਹੁੰਦਾ। ਬੜਿਆਂ ਨੇ ਕੋਸ਼ਿਸ਼ ਕੀਤੀ ਲੁਕਾਉਣ ਦੀ, ਪੋਸਟਰ ਛਪਾ ਦਿੱਤੇ ਸੰਤ ਮਹਾਰਾਜ ਦੇ ਨਾਂ 'ਤੇ। ਆ ਬਜ਼ੁਰਗ ਬੈਠੇ ਹੋਣਗੇ ਇਲਾਕਾ ਨਿਵਾਸੀ, ਬਹੁਤ ਊਟ ਪਟਾਲ ਉੱਤੇ ਲਿਖ ਦਿੱਤਾ। ਇੱਕ ਬੰਦੇ ਨੂੰ ਦਿਹਾੜੀ ਤੇ ਲਾ ਦਿੱਤਾ ਪਿੰਡਾਂ 'ਚ ਪੋਸਟਰ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਪਹਿਲਾਂ ਬੇਨਤੀ ਕੀਤੀ, ਕੱਲਾ ਕੱਲਾ ਬਚਨ ਬਾਣੀ ਦਾ ਉਹਨਾਂ ਦੇ ਜੀਵਨ 'ਤੇ ਢੁਕਦਾ। ਨਿਮਰਤਾ ਬਾਰੇ ਤਾਂ ਬਾਬਾ ਜੀ ਨੇ ਦੱਸਿਆ ਪਹਿਲਾਂ। ਇਹ ਨਹੀਂ ਕਿ ਵਡਿਆਈ ਹੋਈ, ਹਜ਼ੂਰੀ 'ਚ ਸੈਕਟਰੀ ਨੂੰ ਬੁਲਾ ਕੇ ਕਿਹਾ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਗੁਰੂ ਦੀ ਵਡਿਆਈ ਕਰਨੀ ਹੈ। ਅੱਜ ਇੱਕ ਪੈਸੇ ਦੇ ਦੇ ਕੇ ਐਡ ਦਿੱਤੀ ਜਾਂਦੀ ਹੈ। ਸੋ ਸਾਧ ਸੰਗਤ ਜੀ, ਫੁੱਲ ਹੋਵੇ ਤਾਂ ਭਵਰੇ ਤਾਂ ਆਪਣੇ ਆਪ ਹੀ ਆ ਜਾਂਦੇ ਆ, ਪਰ ਪਲਾਸਟਿਕ ਦੇ ਫੁੱਲਾਂ 'ਤੇ ਨਹੀਂ ਆਉਂਦੇ ਹੁੰਦੇ। ਅੱਜ ਜੀਵਨ ਸਾਡਾ ਪਲਾਸਟਿਕ ਦੇ ਫੁੱਲਾਂ ਵਰਗਾ ਹੀ ਹੈ। ਸੋ ਭਵਰੇ ਆ ਕੇ ਕਰਨਗੇ ਵੀ ਕੀ, ਸਵਾਓ। ਉਹ ਜਿਨ੍ਹਾਂ ਦੀ ਕਮਾਈ ਪੋਸਟਰ ਛਪਾ ਦਿੱਤੇ ਸੰਤ ਮਹਾਰਾਜ ਦੇ ਨਾਂ 'ਤੇ। ਇੱਕ ਦਿਹਾੜੀ ਤੇ ਬੰਦੇ ਨੂੰ ਪਿੰਡਾਂ 'ਚ ਪੋਸਟਰ ਲਾਉਣ ਵਾਸਤੇ ਨਹਿਰੇ ਨਾਲ ਸੰਤ ਮਹਾਰਾਜ ਜਾ ਰਹੇ ਆ, ਉਹ ਸਾਈਕਲ ਤੇ ਪੋਸਟਰ ਲਾਉਂਦਾ ਫਿਰਦਾ, ਸੰਤ ਮਹਾਰਾਜ ਨੂੰ ਮਿਲ ਗਿਆ ਅਚਾਨਕ। ਪੁੱਛਿਆ, ਭਲਿਆ ਕੀ ਹੈ ਤੇਰੇ ਕੋਲ? ਜੀ ਮਹਾਰਾਜ ਪੋਸਟਰ ਨੇ। ਕਾਹਦੇ? ਸੰਤ ਬਾਬਾ ਈਸ਼ਰ ਸਿੰਘ ਜੀ ਦੇ। ਦਿਖਾ। ਆਪ ਪੜ੍ਹਿਆ ਮਹਾਰਾਜ ਨੇ ਪੋਸਟਰ। ਉਹ ਕਹਿੰਦੇ ਤੂੰ ਸਾਈਕਲ 'ਤੇ ਐ ਗਰਮੀ 'ਚ ਫਿਰਦਿਆਂ ਲਿਆ, ਸੀ ਆਪ ਹੀ ਲਾ ਦਿਆਂਗੇ। ਇਹ ਨਹੀਂ ਵੀ ਨਹਿਰ 'ਚ ਛੱਡ ਦਿੱਤੇ ਹੋਏ ਲੋਕੀ ਪੜ੍ਹਨ ਕੇ ਤੇ ਕੀ ਆਖਣਗੇ। ਜਿਹੜੇ ਪਿੰਡ 'ਚੋਂ ਲੰਘਦੇ ਮਹਾਰਾਜ ਗੱਡੀ ਰੋਕ ਕੇ ਕਹਿੰਦੇ ਆ ਭਾਈ ਕੰਧਾਂ 'ਤੇ ਲਾ ਦਿਓ ਪੋਸਟਰ। ਐਵੇਂ ਜੋੜ ਮੇਲੇ ਥੋੜ੍ਹਾ ਲੱਗਦੇ, ਜੁੜਿਆ ਹੋਇਆਂ ਦੀ ਗੱਲ ਹੈ ਜਿਨ੍ਹਾਂ ਨੇ ਆਪੋ ਜੋੜਿਆ ਸਾਧ ਸੰਗਤ ਜੀ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਲੱਕੜ ਦੀ ਸੰਗਤ ਕਰਕੇ ਲੋਹਾ ਵੀ ਨਹੀਂ ਡੁੱਬਦਾ। ਸੰਗਤ ਮਿਲ ਗਈ ਨਾ, ਤੇ ਜਿਹੜੇ ਜਮਕਾਲ ਨੇ ਸਾਰੇ ਸੰਸਾਰ ਨੂੰ ਮੂੰਹ ਪਾਲਣਾ, ਗਰਸ ਜਾਣਾ ਹੈ। ਤੇ ਜਦੋਂ ਸਾਨੂੰ ਰੱਬ ਦੇ ਪਿਆਰਿਆਂ ਦੀ, ਗੁਰੂ ਦੇ ਪਿਆਰਿਆਂ ਦੀ ਸੰਗਤ ਮਿਲ ਜਾਏਗੀ, ਮਹਾਰਾਜ ਕਹਿੰਦੇ ਨੇ ਸਾਧ ਕੈ ਸੰਗ ਧਰਮ ਰਾਏ ਕਰੇ ਸੇਵਾ। ਇਹ ਤਾਂ ਟੱਲ ਬਚਨ ਹੈ ਨਾ ਧੁਰਕੀ ਬਾਣੀ ਦਾ। ਤੇ ਭਾਈ ਗੁਰਦਾਸ ਜੀ ਵੀ ਇਹੀ ਬਚਨ ਕਰਦੇ ਆ ਕਿ ਉਹ ਜਮਕਾਲ ਉਹਨਾਂ ਦੇ ਸੇਵਕਾਂ ਦਾ ਸੇਵਕ ਬਣ ਜਾਏਗਾ, ਸੇਵਕਾਂ ਦਾ ਅੱਗੇ ਸੇਵਕਾਂ ਦਾ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਜੈਸੇ ਕਿਰਤਾਸ ਗਰਜਾਤ ਜਲ ਬੂੰਦ ਪਰੀ, ਕਿਰਤ ਸਨਮਦ ਜਲ ਮਦ ਸਾਵਧਾਨ ਹੈ। ਜੈਸੇ ਕੋਟ ਭਾਰ ਤੂਲ ਤਨਕ ਚਿਨਗ ਜਰੈ, ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ। जैसे लो बूढ़ जात सलल में डारत ही, काष्ट प्रसंग गंग सागर न मान है। तैसे जमकाल ब्याल सगल संसार गरसै, सतगुर भेटत ही दासन दासान है।
ਧਰਮ ਰਾਜਾ ਵੀ ਕਰੂਗਾ ਸੇਵਾ, ਸਾਧੂਆਂ ਦੇ ਸੰਗੀਆਂ ਦੀ। ਧਰਮ ਰਾਜਾ ਵੀ ਕਰੂਗਾ ਸਾਧੂਆਂ ਦੇ ਸੰਗੀਆਂ ਦੀ। ਧਰਮ ਰਾਜਾ ਵੀ ਕਰੂਗਾ ਸੇਵਾ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ। ਨਾ ਹੋ ਨਾ ਤੂੰ ਨਹਿ ਛੁਟੈ, ਨਿਕਲ ਨਾ ਜਾਇਓ ਦੂਤ। ਇਹ ਬਾਣੀ ਦਾ ਫੈਸਲਾ, ਜਿੱਥੇ ਰੱਬ ਦੇ ਪਿਆਰੇ ਪਰਮਾਤਮਾ ਦੀ ਸਿਫਤ ਸਲਾਹ ਕਰਨ, ਉੱਥੇ ਜਮਦੂਤ ਨਹੀਂ ਜਾ ਸਕਦੇ। ਧਰਮ ਰਾਜੇ ਦਾ ਹੁਕਮ ਹੈ, ਤੁਸੀਂ ਗਏ ਨਾ ਮੈਂ ਛੁੱਟਣਾ ਨਾ ਤੁਸੀਂ ਛੁੱਟੋਗੇ। ਸੋ ਸਾਧ ਸੰਗਤ ਜੀ, ਜੋ ਸੰਤ ਜੀ ਮਹਾਰਾਜ ਨੇ ਅੱਧੀ ਸਦੀ 50 ਸਾਲ ਗੁਰਮਤਿ ਦਾ ਪ੍ਰਚਾਰ ਕਰਕੇ, ਇੱਕ ਨਹੀਂ ਦੋ ਨਹੀਂ ਸੈਂਕੜੇ ਹਜ਼ਾਰਾਂ ਨਹੀਂ ਲੱਖਾਂ ਪ੍ਰਾਣੀਆਂ ਨੂੰ, ਉਸ ਵੇਲੇ ਜਿਹੜੀ ਅਖਬਾਰ ਛਪੀ 1975 ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਖਬਾਰ ਛਪਦੀ ਸੀ ਸਾਲਾਨਾ। ਉਹਦੇ ਵਿੱਚ ਲਿਖਿਆ ਸੀ ਲੇਖ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ 6 ਲੱਖ ਪ੍ਰਾਣੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਅਖਬਾਰ ਦਾ ਇਹ ਕਥਨ ਹੈ, ਭਾਵੇਂ ਇਸ ਤੋਂ ਜ਼ਿਆਦਾ ਹੀ ਛਕਾਇਆ ਹੋਣਾ, ਪਰ ਉਦੋਂ ਅਖਬਾਰ 'ਚ ਲਿਖਿਆ ਗਿਆ ਸੀ ਕਿ 6 ਲੱਖ ਪ੍ਰਾਣੀ ਨੂੰ ਸੰਤ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਸੋ ਕੋਈ ਪਾਣੀ ਦਾ ਬੁੱਕ ਵੀ ਪਿਆ ਦੇਵੇ, ਉਹਦਾ ਵੀ ਸਾਣ ਮੰਨਣਾ ਚਾਹੀਦਾ ਹੈ। ਅਤੇ ਜਿਨ੍ਹਾਂ ਨੇ ਸਾਨੂੰ ਗੁਰਮਤਿ ਦੀ ਸੇਧ, ਸੇਵਾ, ਸਿਮਰਨ, ਸਿੱਖੀ ਦੀ ਦਾਤ ਬਖਸ਼ੀ, ਗੁਰੂ ਨਾਲ ਜੋੜਿਆ, ਅਤੇ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਮਹਾਂਪੁਰਸ਼ਾਂ ਦੀ ਯਾਦ, ਜਿਹਦੇ ਵਿੱਚ ਸਾਨੂੰ ਪਰਮੇਸ਼ਰ ਯਾਦ ਆਉਂਦਾ ਹੈ, ਉਹਨਾਂ ਦੀ ਯਾਦ ਵਿੱਚ ਸੰਗਤਾਂ ਕਈ ਦਿਨਾਂ ਤੋਂ ਨਿਰੰਤਰ ਲਾਹੇ ਲੈ ਰਹੇ। ਬੜੇ ਪੰਥ ਦੇ ਸਤਿਕਾਰਯੋਗ ਕੀਰਤਨੀਏ ਮਹਾਂਪੁਰਸ਼ ਹਾਜ਼ਰੀ ਭਰ ਕੇ ਅਮੋਲਕ ਬਚਨ ਸੰਗਤਾਂ ਨੂੰ ਸਰਵਣ ਕਰਾ ਕੇ ਗਏ ਨੇ। ਸੋ ਉਹਨਾਂ ਦਾ ਜੋ ਉਪਦੇਸ਼ ਗੁਰਮਤਿ ਦੁਆਰਾ ਆਪਾਂ ਨੂੰ ਆਪਣੇ ਜੀਵਨ 'ਚ ਕਮਾਈਏ, ਆਪਣੇ ਜਨਮ ਸਫਲਾ ਕਰੀਏ, ਇਹੀ ਉਹਨਾਂ ਦੀ ਯਾਦ ਮਨਾਉਣੀ ਹੈ, ਇਹੀ ਉਹਨਾਂ ਨੂੰ ਸ਼ਰਧਾਂਜਲੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਸਾਡਾ ਟਾਈਮ 12:30 ਵਜੇ ਤੱਕ ਸੀ, ਉੱਪਰ ਹੋ ਗਿਆ ਥੋੜ੍ਹਾ ਜਿਹਾ ਸਮਾਂ। ਸੋ ਇੰਨੀਆਂ ਇਸ਼ਾਰਾ ਹੋਇਆ ਜੀ, ਅਜੇ ਜਿੰਨਾ ਚਿਰ ਮਹਾਂਪੁਰਸ਼ ਨਹੀਂ ਆਉਂਦੇ ਉਹਨਾਂ ਚਿਰ ਤੁਸੀਂ ਵਿਚਾਰ ਕਰੋ। ਸੋ ਜਿਨ੍ਹਾਂ ਨੇ ਸਾਨੂੰ ਜੋੜਿਆ ਸ਼ਬਦ ਨਾਲ, ਸ਼ਬਦ ਦੀ ਸੰਗਤ ਆਪਾਂ ਨੂੰ ਜੋੜਿਆ ਮਹਾਰਾਜ ਨੇ। ਆਪਾਂ ਵਿਚਾਰ ਕਰ ਰਹੇ ਸੀ, ਸੰਗਤ ਦਾ ਹਰ ਇੱਕ ਚੀਜ਼ ਉੱਤੇ ਅਸਰ ਹੁੰਦਾ ਹੈ। ਅਤੇ ਭਗਤ ਕਬੀਰ ਜੀ ਨੇ ਬੇਰੀ ਦਾ ਪ੍ਰਮਾਣ ਦੇ ਕੇ ਆਪਾਂ ਨੂੰ ਸਮਝਾਇਆ। ਭਗਤਾਂ ਵਿੱਚੋਂ ਭਗਤ ਕਬੀਰ 15 ਭਗਤਾਂ ਦੀ ਬਾਣੀ ਹੈ, ਪਰ ਸਭ ਤੋਂ ਵੱਧ ਭਗਤ ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਤਮਦਰਸ਼ੀ ਭਗਤ ਹੋਏ ਹੈ। ਉਹਨਾਂ ਦੀ ਇੱਕ ਸੰਗਤ ਇੱਕ ਗੁਆਂਢੀ ਆ ਉਹਨਾਂ ਦਾ, ਭਗਤ ਕਬੀਰ ਜੀ ਦਾ, ਉਹ ਦੇਖਦਾ ਰਹਿੰਦਾ ਕਿ ਭਗਤ ਕਬੀਰ ਜੀ ਦੇ ਘਰ ਸਾਧੂ ਮਹਾਤਮਾ ਆਉਂਦੇ ਰਹਿੰਦੇ ਆ। ਗ੍ਰਸਤੀ ਸੀ ਭਗਤ ਕਬੀਰ ਜੀ,
ਘਰ ਵਾਲੀ ਲੋਈ, ਉਹਨਾਂ ਦੇ ਘਰ ਵਾਲੀ ਕਹਿਤ ਕਬੀਰ ਸੁਨੂ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਹੁਣ ਬਾਣੀ ਦਾ ਬਚਨ ਹੈ, ਕੋਈ ਆਖੇ ਜੀ ਤੁਸੀਂ ਕਿੱਥੋਂ ਪੜ੍ਹਿਆ ਲੋਈ, ਤੇ ਬਾਣੀ 'ਚ ਮਹਾਰਾਜ ਨੇ ਪ੍ਰਮਾਣ ਦੇ ਦਿੱਤੇ। ਇੰਨੀ ਕਮਾਈ ਸੀ ਜਿਹਨੇ 3 ਵਾਰੀ ਕਹਿ ਕੇ ਕੋੜ ਸੰਤ ਮਹਾਰਾਜ ਤੋਂ ਆਪਾਂ ਸੁਣਦੇ ਰਹੇ ਹਾਂ ਨਾ। ਭਗਤ ਕਬੀਰ ਜੀ ਨੂੰ ਪੁੱਛਦਾ ਹੈ ਕਿ ਤੁਹਾਡੇ ਘਰ ਸਾਧੂ ਮਹਾਤਮਾ ਆਉਂਦੇ ਰਹਿੰਦੇ ਹੈ ਅਤੇ ਤੁਸੀਂ ਬੜੇ ਪ੍ਰੇਮ ਨਾਲ ਉਹਨਾਂ ਦੀ ਸੇਵਾ ਕਰਦੇ ਹੋ। ਹੁਣ ਇਦੋਂ ਵੱਧ ਪ੍ਰੇਮ ਕੀ ਹੋ ਸਕਦਾ ਹੈ? ਘਰ ਜਿਹੜਾ ਪ੍ਰਸ਼ਾਦਾ ਪੱਕਿਆ ਹੋਵੇ, ਉਹ ਆਏ ਸਾਧੂਆਂ ਨੂੰ, ਅਤਿਥੀਆਂ ਨੂੰ ਛਕਾ ਦੇਣ ਅਤੇ ਆਪ ਦਾਣੇ ਚੱਬ ਕੇ ਪੈਣ। ਇਦੋਂ ਸ਼ਰਧਾ ਹੋਰ ਕੀ ਹੋ ਸਕਦੀ? ਮੂੰਡ ਪਲੋਸ ਕਮਰਬੱਧ ਪੋਥੀ, ਹਮ ਕੋ ਚਾਬਣ ਉਨ ਕੋ ਰੋਟੀ। ਜਿਹੜਾ ਪ੍ਰਸ਼ਾਦਾ ਪੱਕਿਆ ਹੁੰਦਾ ਭਗਤ ਜੀ ਉਹਨਾਂ ਨੂੰ ਛਕਾਉਂਦੇ ਨੇ, ਸਾਨੂੰ ਫਿਰ ਦਾਣੇ ਚੱਬ ਕੇ ਪੈਣਾ ਪੈਂਦਾ। ਅਤੇ ਤੁਸੀਂ ਸਾਰੀ ਰਾਤ ਉਹਨਾਂ ਨਾਲ ਸਤਸੰਗ, ਕਥਾ, ਕੀਰਤਨ, ਭਜਨ ਪਾਠ, ਗਿਆਨ ਗੋਸ਼ਟ, ਅਤੇ ਬੜੀ ਦੂਰ ਤੱਕ ਸਵੇਰੇ ਉਹਨਾਂ ਨੂੰ ਵਿਦਾ ਕਰਨ ਜਾਂਦੇ ਹੋ। ਇਹ ਦੱਸੋ ਉਹ ਵੀ ਤੁਹਾਨੂੰ ਇਹਦੇ 'ਚੋਂ ਮਿਲਦਾ ਕੀ ਹੈ? ਹੁਣ ਆਪਾਂ ਨੂੰ ਪੁੱਛਣਗੇ ਤੁਸੀਂ ਸਾਰੀ ਰਾਤ ਉੱਥੇ ਬੈਠੇ, ਤੁਹਾਨੂੰ ਮਿਲਿਆ ਕੀ? ਸੋ ਸਾਧ ਸੰਗਤ ਜੀ, ਇਹ ਤਾਂ ਇੱਕ ਇੱਕ ਸਵਾਸ ਆਪਣਾ ਲੇਖੇ 'ਚ ਪੈ ਰਿਹਾ, ਪਰ ਉਹ ਲੋਕ ਕਦਰ ਨਹੀਂ ਜਾਣਦੇ। ਉਹਨਾਂ ਨੇ ਸੌਂ ਕੇ ਗੁਜ਼ਾਰ ਲਈ, ਸਾਡੀ ਯਾਦ ਵਿੱਚ ਗੁਜ਼ਰ ਗਈ, ਉਹਨਾਂ ਦੀ ਬਿਅਰਥ ਚਲੀ ਗਈ, ਸਾਡੀ ਸਫਲੀ ਹੋ ਗਈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ, ਮੂਲ ਗਵਾਏ ਜਿਉ। ਗੁਰਮੁਖ ਲਾਦਾ, ਮਨਮੁਖ ਗਵਾਇਆ। ਉਹਨਾਂ ਨੂੰ ਕੀ ਪਤਾ ਕੀ ਪ੍ਰਾਪਤ ਹੋਇਆ। ਸੋ ਇੱਕ ਘੜੀ ਦੀ ਸੰਗਤ ਕੀਤੀ ਜੀਵਨ ਨਿਹਾਲ ਕਰ ਦਿੰਦੀ, ਇੱਕ ਘੜੀ ਦੀ ਸੰਗਤ। ਸੋ ਆਓ ਭਗਤ ਕਬੀਰ ਜੀ ਨੂੰ ਪੁੱਛਦਾ ਕਿ ਮਿਲਦਾ ਕੀ ਹੈ ਸੰਗਤ, ਤੁਸੀਂ ਇਹਦੇ ਤੁਹਾਨੂੰ ਪ੍ਰਾਪਤੀ ਕੀ ਹੁੰਦੀ ਹੈ? ਭਗਤ ਕਬੀਰ ਜੀ ਕਹਿੰਦੇ, ਭਲਿਆ ਤੂੰ ਸੰਗਤ ਨਹੀਂ ਕੀਤੀ। ਇਹ ਸਵਾਲ ਉਹ ਕਰਦੇ ਨੇ ਜਿਨ੍ਹਾਂ ਨੂੰ ਲਗਨ ਨਹੀਂ ਹੈ, ਜਿਨ੍ਹਾਂ ਨੇ ਸੰਗਤ ਸੇਵਾ ਨਹੀਂ ਕੀਤੀ। ਉਹੀ ਇਹੋ ਜਿਹੇ ਸ਼ੰਕੇ, ਇਹੋ ਜਿਹੇ ਕਿੰਤੂ ਪਰੰਤੂ ਸਵਾਲ ਉਹੀ ਕਰਦੇ ਆ, ਕਿਉਂਕਿ ਤਾਂ ਉਹੀ ਜਾਣਦਾ ਨਾ, ਸੋ ਜਾਣੈ ਜਿਨ ਚਾਖਿਆ। ਅਤੇ ਜਿਨ੍ਹਾਂ ਦੀ ਕਿਤੇ ਹਾਜ਼ਰੀ ਨਾ ਲੱਗੇ, ਕਈਆਂ ਦਾ ਨਿਯਮ ਹੈ ਹਰ ਰੋਜ਼ ਸਵੇਰੇ, ਨੇੜੇ ਨਗਰਾਂ ਦੀ ਸੰਗਤ ਰੋਜ਼ ਸਵੇਰੇ ਹਾਜ਼ਰੀ ਲਾਉਂਦੀ ਹੈ। ਤੁਸੀਂ ਸਵੇਰੇ ਆਸਾ ਦੀ ਵਾਰ ਵਿੱਚ ਆਓ, ਬਹੁਤ ਸਾਰੀ ਸੰਗਤ ਨਗਰਾਂ 'ਚ ਹਾਜ਼ਰੀ ਲਾਉਣ ਪਹੁੰਚਦੀ ਹੈ। ਉਹਨਾਂ ਦਾ ਨਿਯਮ ਹੈ, ਅਤੇ ਪੁਸਤ ਦਰ ਪੁਸਤ, ਦਾਦਿਆਂ ਤੋਂ ਅੱਗੇ ਪਿਤਾ ਤੋਂ ਅੱਗੇ ਪੁੱਤਰਾਂ ਨੂੰ, ਫਿਰ ਪੋਤਰਿਆਂ ਨੂੰ। ਬਹੁਤ ਸਾਰੀ ਪੁਰਾਣੀ ਸੰਗਤ ਨੂੰ ਅਸੀਂ ਵੀ ਜਾਣਦੇ ਹਾਂ, ਉਹ ਇਸੇ ਤਰ੍ਹਾਂ ਹੀ ਚੱਲੇ ਹੋਏ ਆ। ਸੋ ਜਿਨ੍ਹਾਂ ਨੂੰ ਲਗਨ ਹੈ ਉਹ ਤਾਂ ਨਹੀਂ ਰਹਿ ਸਕਦੇ। ਬਾਕੀ ਸ਼ੰਕਾ ਕਰਨ ਵਾਲੇ, ਕਿੰਤੂ ਪਰੰਤੂ ਕਰਨ ਵਾਲੇ ਨਾਲ ਹੀ ਚੱਲੇ ਆਉਂਦੇ। ਉਹ ਪੁੱਛਦਾ ਮਿਲਦਾ ਕੀ ਹੈ ਜੀ ਤੁਹਾਨੂੰ ਇਸ ਗੱਲ ਵਿੱਚੋਂ, ਪ੍ਰਾਪਤੀ ਕੀ ਹੁੰਦੀ ਹੈ? ਭਗਤ ਕਬੀਰ ਜੀ ਕਹਿੰਦੇ, ਤੂੰ ਸੰਗਤ ਨਹੀਂ ਕੀਤੀ ਤਾਂ ਤੂੰ ਇਹ ਸਵਾਲ ਕਰ ਰਿਹਾ, ਤਾਂ ਪੁੱਛ ਰਿਹਾ ਹੈ। ਸੰਗਤ ਹਰ ਇੱਕ ਚੀਜ਼ ਨੂੰ ਬਦਲ ਦਿੰਦੀ ਹੈ। ਸੰਗਤ ਜੀਵ ਨੂੰ ਬ੍ਰਹਮ ਵਿੱਚ ਭੇਦ ਕਰ ਦਿੰਦੀ ਹੈ, ਜੀਵ ਨੂੰ ਬ੍ਰਹਮ ਦਾ ਰੂਪ ਬਣਾ ਦਿੰਦੀ ਹੈ। ਭਾਈ ਮਾਧੋ ਦਾਸ ਜੀ ਨੂੰ ਸੰਬੋਧਨ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਸ਼ਮੀਰ ਦੇ ਇਲਾਕੇ 'ਚ ਪ੍ਰਚਾਰ ਕਰਨ ਭੇਜਿਆ ਸੀ ਭਾਈ ਮਾਧੋ ਦਾਸ ਜੀ ਨੂੰ। ਉਹ ਕਾਕਾ ਸੰਗਤ ਕਰਦਾ ਹੈ, ਸੰਗਤ ਕਰਕੇ ਰਾਤ ਨੂੰ ਜਾ ਰਿਹਾ ਸੀ, ਰਾਜੇ ਦੀ ਚੋਰੀ ਹੋ ਗਈ, ਚੋਰ ਨਹੀਂ ਫੜਿਆ ਗਿਆ, ਕਾਕੇ ਨੂੰ ਫੜ ਲਿਆ। ਮਾਤਾ ਪਿਤਾ ਨੂੰ ਪੁੱਛਿਆ, ਕਹਿੰਦੇ ਸਾਡੇ ਕਹਿਣ ਤੋਂ ਬਾਹਰ ਹੀ ਫਿਰਦਾ, ਪਤਾ ਨਹੀਂ ਕਿੱਥੇ ਜਾਂਦਾ ਹੈ, ਕਿੱਥੋਂ ਰਾਤ ਨੂੰ ਆਉਂਦਾ ਹੈ। ਸੋ ਉਹਨਾਂ ਨੇ ਚੋਰ ਬਣਾ ਕੇ ਪੇਸ਼ ਕਰ ਦਿੱਤਾ। ਰਾਜਾ ਕਹਿੰਦਾ ਐਸੀ ਸਜ਼ਾ ਦਿਓ ਮੁੜ ਕੇ ਕੋਈ ਰਾਜ ਵਿੱਚ ਚੋਰੀ ਨਾ ਕਰ। ਉਹਨੂੰ ਸੂਲੀ 'ਤੇ ਚੜ੍ਹਨ ਦੀ ਸਜ਼ਾ।
ਪੁੱਛਿਆ ਕਿਸੇ ਨੂੰ ਮਿਲਣਾ ਹੋਵੇ, ਕਹਿੰਦਾ ਮਾਂ ਪਿਓ ਨੇ ਤਾਂ ਪਹਿਲਾਂ ਹੀ ਬੇਦਖਲ। ਰਾਜਾ ਮੈਨੂੰ ਸੂਲੀ 'ਤੇ ਚੜਾਉਣ ਨੂੰ ਪਹਿਲਾਂ ਹੀ ਤਿਆਰ ਹੈ, ਮਿਲਣਾ ਹੈ, ਮੈਂ ਭਾਈ ਮਾਧੋ ਦਾਸ ਜੀ ਦੀ ਸੰਗਤ ਕਰਦਾ। ਭਾਈ ਮਾਧੋ ਦਾਸ ਜੀ ਦੇ ਦਰਸ਼ਨ ਕਰਾ ਦਿਓ। ਭਾਈ ਮਾਧੋ ਦਾਸ ਜੀ ਨੇ ਬੇਨਤੀ ਕੀਤੀ, ਭਾਈ ਮਾਧੋ ਦਾਸ ਜੀ ਮੈਂ ਸੰਗਤ ਕਰਕੇ ਜਾ ਰਿਹਾ ਸੀ, ਰਾਤ ਫੜ ਕੇ ਮੈਨੂੰ ਰਾਜੇ ਦਾ ਚੋਰ ਬਣਾ ਕੇ ਪੇਸ਼ ਕਰ ਦਿੱਤਾ। ਸੋ ਹੁਣ ਲੱਕੜ ਘੜ ਕੇ ਸੂਈ ਵਰਗੀ ਕੀਤੀ ਹੋਈ ਹੈ, ਸੂਲੀ 'ਤੇ ਚੜਾਉਣਾ। ਹੁਣ ਲਈ ਜਾਂਦੇ ਆ। ਭਾਈ ਮਾਧੋ ਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਆਪ ਦੀ ਸੰਗਤ ਕਰਨ ਵਾਲਾ ਹੈ ਤੇ ਸੂਲੀ ਚੜ੍ਹ ਗਿਆ। ਸ਼ਰਧਾ ਭਾਵਨਾ ਜਿਹੜੇ ਕਮਜ਼ੋਰ ਮਨਾਂ ਵਾਲੇ ਨੇ ਉਹਨਾਂ ਦੇ ਮਨਾਂ 'ਚੋਂ ਸਿਥਰ ਜਾਏਗੀ, ਟੁੱਟ ਜਾਏਗੀ। ਧਿਆਨ ਧਰ ਕੇ ਅਰਦਾਸ ਕੀਤੀ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਲੱਕੜਾ ਛੱਡ ਆਈ, ਸਮਝ ਗਿਆ ਰਾਜਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਚਨ ਉਚਾਰ ਰਹੇ ਸੀ, ਕਾਹੇ ਰੇ ਮਨ ਚਿਤਵ ਹੈ। ਜਦੋਂ ਪਿਰਥੀ ਨੇ ਅੰਮ੍ਰਿਤਸਰ ਦੇ ਦੁਆਲੇ ਆਪਣੇ ਬੰਦੇ ਬਿਠਾ ਦਿੱਤੇ, ਕਾਰ ਭੇਟਾ ਸੰਗਤਾਂ ਤੋਂ ਲੈ ਕੇ ਲੰਗਰ ਛਕਣ ਵਾਸਤੇ ਭੇਜ ਦਿੰਦੇ ਸੀ ਲੰਗਰ ਵਿੱਚ। ਸੋ ਮਹਾਂਪੁਰਸ਼ ਵਿਚਾਰ ਕਰ ਰਹੇ ਸੀ, ਲੋਕਡਾਊਨ ਵਿੱਚ ਸਾਰੇ ਸੰਸਾਰ ਕਹਿੰਦੇ ਸੀ ਕਿ ਬੜਾ ਔਖਾ ਸਮਾਂ ਆ ਗਿਆ, ਕੰਮ ਬੰਦ ਹੋ ਗਏ, ਮਜ਼ਦੂਰੀ ਵਾਲੇ ਮਜ਼ਦੂਰੀ ਨਹੀਂ ਮਿਲੀ, ਪਰ ਗੁਰੂ ਨਾਨਕ ਦੇ ਘਰ ਦੇ ਲੰਗਰ ਜਾਰੀ ਰਹੇ। ਇੱਥੇ ਕੋਈ ਲੋਕਡਾਊਨ ਨਹੀਂ ਹੁੰਦਾ। ਰਾੜਾ ਸਾਹਿਬ ਜਿੰਨੇ ਲੇਬਰ ਵਾਲੇ ਮਜ਼ਦੂਰ ਵਾਲੇ ਜ਼ਿਆਦਾ ਲੰਗਰ ਛਕਣ ਆਉਂਦੇ, ਭਾਵੇਂ ਇੱਥੇ ਹਰ ਵੇਲੇ ਜਿਵੇਂ ਦਰਿਆ ਨਹਿਰ ਚੱਲਦੀ ਹੈ ਭਰੀ, ਇਸੇ ਤਰ੍ਹਾਂ ਹੀ ਲੰਗਰ ਜਾਰੀ ਰਹਿੰਦਾ। ਭਾਵੇਂ ਕੋਈ 3 ਵਜੇ ਆ ਕੇ ਦੇਖੋ ਪੱਟੀਆਂ ਭਰੀਆਂ ਹੋਣਗੀਆਂ, ਪਰ ਤੋਟ ਨਾ ਆਵੇ ਵੱਧ ਦੋ ਜਾਈ। ਸੋ ਸਾਧ ਸੰਗਤ ਜੀ 4 ਚੁਫੇਰੇ ਬੰਦੇ ਬਿਠਾਤੇ ਸੀ ਪਿਰਥੀਏ ਨੇ, ਤੇ ਜਿਹੜੇ ਭੋਲੇ ਭਾਲੇ ਸਿੱਖਾਂ ਤੋਂ ਭੇਟਾ ਲੈ ਕੇ ਕਾਰ ਭੇਟਾ ਤੇ ਲੰਗਰ ਛਕਣ ਗੁਰੂ ਘਰ ਭੇਜ ਦਿੰਦੇ ਸੀ। ਭਾਈ ਗੁਰਦਾਸ ਜੀ ਆਏ ਆਗਰੇ ਤੋਂ, ਦੇਖਿਆ ਕਿ ਪਿਰਥੀਆ ਗੁੰਮਰਾਹ ਕਰ ਰਿਹਾ ਸੰਗਤਾਂ ਨੂੰ, ਕਿਉਂਕਿ ਹਰ ਇੱਕ ਸਿੱਖ ਨੂੰ ਸੁਚੇਤ ਹੋਣਾ ਚਾਹੀਦਾ ਹੈ। ਅੱਜ ਵੀ ਬਹੁਤ ਸਾਰੇ ਗੁੰਮਰਾਹ ਕਰ ਰਹੇ ਨੇ ਸਾਡੇ ਭੇਖ ਵਿੱਚ। ਹਰ ਇੱਕ ਸਿੱਖ ਨੂੰ ਕਮਰ ਕੱਸੇ ਕਰਕੇ ਤਿਆਰ ਪਰ ਤਿਆਰ ਰਹਿਣਾ ਚਾਹੀਦਾ। ਹਰ ਇੱਕ ਸਿੱਖ ਨੂੰ ਪ੍ਰਚਾਰਕ ਬਣਨਾ ਚਾਹੀਦਾ। ਨਗਰਾਂ 'ਚ, ਪਿੰਡਾਂ 'ਚ, ਘਰ ਘਰ ਵਿੱਚ ਕਰਨਾ ਚਾਹੀਦਾ। ਸੋ ਸਾਧ ਸੰਗਤ ਜੀ ਬੇਨਤੀ ਕੀਤੀ ਭਾਈ ਗੁਰਦਾਸ ਜੀ ਨੇ ਕਿ ਮਹਾਰਾਜ ਪਿਰਥੀਆ ਕਾਰ ਭੇਟਾ ਇਕੱਠੀ ਕਰਕੇ ਲੈ ਜਾਂਦਾ। ਤੇ ਮਹਾਰਾਜ ਜੀ ਬਚਨ ਚਾ ਰਹੇ ਸੀ, ਕਾਹੇ ਰੇ ਮਨ ਚਿੱਤ ਵਹਿ ਉਦਮ ਜਾਂ ਆਹਰ, ਹਰ ਜਿਉ ਪਰਿਆ ਸਹਿਲ ਪੱਥਰ ਮੈਂ ਜੰਤੂ ਪਾਏ, ਤਾਂ ਕਾ ਰਿਜਕ ਆਗਿਆ ਕਰ ਧਰਿਆ। ਭਾਈ ਮਾਧੋ ਦਾਸ ਜੀ ਨੇ ਆ ਕੇ ਨਮਸਕਾਰ ਕੀਤੀ, ਸਾਰੀ ਵਾਰਤਾ ਸੁਣਾਈ। ਇਹ ਫਿਰ ਪੰਕਤੀ ਭਾਈ ਮਾਧੋ ਦਾਸ ਜੀ ਨੂੰ ਸੰਬੋਧਨ ਕਰਕੇ ਮਹਾਰਾਜ ਨੇ ਉਚਾਰਨ ਕੀਤੀ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸੋ ਆਓ ਭਗਤ ਕਬੀਰ ਜੀ ਨੇ ਫਿਰ ਉਸ ਪ੍ਰੇਮੀ ਦਾ ਸ਼ੰਕਾ ਦੂਰ ਕਰਨ ਵਾਸਤੇ ਇਹ ਬਾਣੀ ਦਾ ਸ਼ਬਦ ਉਚਾਰਨ ਕਰਕੇ ਕਿ ਸੰਗਤ ਕਰਕੇ ਜੀਵਨ ਉੱਤੇ ਸੁਭਾਵਿਕ ਹੈ ਕਿ ਅਸਰ ਪੈਂਦਾ। ਚੋਰਾਂ ਦੀ ਸੰਗਤ ਚੋਰ ਬਣਾ ਦਿੰਦੀ ਹੈ। ਜਦੋਂ ਆਪਾਂ ਗੁਰੂ ਦੀ ਸੰਗਤ ਕਰਾਂਗੇ, ਬਾਣੀ ਦੀ ਸੰਗਤ ਕਰਾਂਗੇ, ਨਾਮ ਰਤੜੇ ਗੁਰਸਿੱਖਾਂ ਮਹਾਂਪੁਰਸ਼ਾਂ ਦੀ ਸੰਗਤ ਕਰਾਂਗੇ, ਤਾਂ ਸਾਡੇ ਅੰਦਰ ਗੁਰਮੁਖਾਂ ਵਾਲੇ ਗੁਰਸਿੱਖਾਂ ਵਾਲੇ ਗੁਣ ਆ ਜਾਣਗੇ। ਸੋ ਸਾਧ ਸੰਗਤ ਜੀ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ, ਅੱਜ ਵੀ ਉਹਨਾਂ ਦੇ ਗੁਰਮਤਿ ਅਨੁਸਾਰ ਦੱਸੇ ਜਿਹੜੇ ਉਪਦੇਸ਼ ਆਪਾਂ ਜੀਵਨ 'ਚ ਕਮਾਈਏ, ਤਾਂ ਕਿ ਸਾਡਾ ਵੀ ਮਨੁੱਖਾ ਜਨਮ ਧਾਰਿਆ ਸਫਲਾ ਹੋ ਸਕੇ। ਸਤਿਕਾਰਯੋਗ ਸੰਤ ਜੀ ਮਹਾਰਾਜ ਪਹੁੰਚ ਚੁੱਕੇ ਆ। ਉਹਨਾਂ ਨੇ ਕਮਾਈ ਵਾਲੇ ਬਚਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਾ ਹੈ। 31 ਤਰੀਕ ਨੂੰ ਭਾਵੇਂ ਗੁਰਦੁਆਰਾ ਸਿਰਸਰ ਲਾਹੌਰਾਂ ਵਿਖੇ ਸੰਤ ਮਹਾਰਾਜ ਦੀ
ਯਾਦ ਮਨਾਈ ਜਾਂਦੀ ਹੈ। ਹਾਲਾਤ ਨੂੰ ਵਿਚਾਰਦਿਆਂ ਹੋਇਆਂ ਕੋਈ ਬਹੁਤੀ ਲੌਸਮੈਂਟ ਐਡਵਰਟਾਈਜ਼ਮੈਂਟ ਨਹੀਂ ਕੀਤੀ ਗਈ। ਸੰਗਤਾਂ ਨੂੰ ਬੇਨਤੀ ਇਹੀ ਕੀਤੀ ਗਈ ਕਿ ਘਰ ਵਿੱਚ ਰਹਿ ਕੇ ਅਰਦਾਸ ਸਿਮਰਨ ਸੇਵਾ ਸੰਗਤ ਨਾਲ ਜੁੜੀਏ, ਤਾਂ ਕਿ ਇਹੀ ਆਪਣੀ ਸ਼ਰਧਾਂਜਲੀ, ਇਹੀ ਯਾਦ ਮਨਾਉਣੀ ਹੈ। 1 ਤਰੀਕ ਨੂੰ ਦਬਲਾਨ ਮਨਾਈ ਜਾਂਦੀ ਹੈ। ਇਹੀ ਮਹਾਂਪੁਰਸ਼ਾਂ ਵੱਲੋਂ ਬੇਨਤੀਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु रूप गुरु खालसा साध संगत जी।